सत श्री अकाल दोस्तों, मैं हाँ स्वर्ण सिंह टैणा। तुसीं देख रहे हो प्राइम मिनिस्टर टीवी ते हर रोज़ की तरह ही प्रोग्राम खबर की खबर लैके हाज़र हाँ। पहली वड्डी खबर दे वल जाण तो पहलां पंजाब दे मौसम की हाल बयानी करनी बनती है। लंघे कल पंजाब दे विच मौसम ठीक सी, यानी कि पिछले 2 दिनों तो पंजाब दे विच बदलवाई है। कुछ कुछ थावां दे उत्ते दुआबा खित्ते दे विच कई थावां दे उत्ते मींह पै गया परसों की रात नूं। सो इस करके तापमान थोड़ा जिहा थल्ले नूं आया। जिस तरीके दे नाल 32-33 डिग्री तक टैंपरेचर होण लग पिया सी, मौसम विभाग ने यह गल कही है कि हुण 2-3 दिन 3 ਤੋਂ ਲੈ ਕੇ 5 डिग्री तक टैंपरेचर थੱਲੇ ਨੂੰ ਰਹਿਣਾ। ਦਿੱਲੀ ਦੇ ਵਿੱਚ ਹਰਿਆਣੇ ਦੇ ਵਿੱਚ ਗਰਮੀ ਵੱਟ ਕੱਢੀ ਜਾਂਦੀ ਹੈ। ਪਹਾੜੀ ਖੇਤਰਾਂ ਦੇ ਵਿੱਚ ਕਈ ਥਾਵਾਂ ਦੇ ਉੱਤੇ ਬਰਫ਼ਬਾਰੀ ਹੋਈ ਹੈ ਤੇ ਮੈਦਾਨੀ ਖੇਤਰਾਂ ਦੇ ਉੱਤੇ ਉਹਦਾ ਥੋੜਾ ਜਿਹਾ ਅਸਰ ਦੇਖਣ ਨੂੰ ਮਿਲਿਆ। ਪਰ ਇਹਦਾ ਮਤਲਬ ਇਹ ਨਹੀਂ ਕਿ ਠੰਡ ਮੁੜ ਆਈ, ਗਰਮੀ ਫੇਰ ਉਵੇਂ ਹੀ ਪ੍ਰਤੀਤ ਹੁੰਦੀ ਹੈ। ਤੇ ਅਗਲੀ ਗੱਲ ਇਹ ਆ ਵੀ 9 ਜਾਂ 10 ਮਾਰਚ ਦੇ ਨੇੜੇ ਤੇੜੇ ਮੌਸਮ ਵਿਭਾਗ ਨੇ ਕਿਹਾ ਕਿ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਪੈਣ ਦੀ ਪੂਰੀ ਸੰਭਾਵਨਾ, ਯਾਨੀ ਕਿ ਅੱਜ ਤੇ ਭਲਕ ਨੂੰ 2 ਦਿਨ ਪੰਜਾਬ ਦੇ ਵਿੱਚ ਮੀਂਹ ਪੈ ਸਕਦਾ। ਕੁਝ ਕੁ ਥਾਵਾਂ ਦੇ ਉੱਤੇ ਛਿੱਟੇ ਤੇ ਕਈ ਥਾਵਾਂ ਦੇ ਉੱਤੇ ਭਰਵਾਂ। ਹੁਣ ਜੇ ਪਹਿਲੀ ਵੱਡੀ ਖਬਰ ਦੇ ਵੱਲ ਜਾਂਦੇ ਆ ਤਾਂ ਉਹ ਲੰਘੇ ਕੱਲ ਮਨਾਏ ਗਏ ਔਰਤ ਦਿਹਾੜੇ ਨਾਲ ਜੁੜੀ ਹੋਈ ਹੈ। ਲੱਖਾਂ ਦੀ ਗਿਣਤੀ ਦੇ ਵਿੱਚ ਪੰਜਾਬ, ਹਰਿਆਣਾ, ਯੂਪੀ ਤੇ ਵੱਖ-ਵੱਖ ਹੋਰਨਾਂ ਥਾਵਾਂ ਤੋਂ ਦਿੱਲੀ ਦੇ ਤਿੰਨੇ ਬਾਰਡਰਾਂ ਦੇ ਉੱਤੇ ਸਿੰਘੂ, ਗਾਜ਼ੀਪੁਰ ਤੇ ਟਿਕਰੀ ਬਾਰਡਰ ਦੇ ਉੱਤੇ ਔਰਤਾਂ ਪਹੁੰਚੀਆਂ। ਮਾਣ ਹੋਇਆ। ਔਰਤਾਂ ਦੇ ਵੱਲੋਂ ਇਸ ਅੰਦੋਲਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਗਿਆ। ਉਸ ਅੰਦੋਲਨ ਦੇ ਵਿੱਚ ਪਾਏ ਗਏ ਯੋਗਦਾਨ ਦੇ ਕਰਕੇ ਸਜਦਾ ਕਰਨਾ ਬਣਦਾ ਔਰਤਾਂ ਨੂੰ। ਪਰ ਜਿਵੇਂ ਔਰਤਾਂ ਦੇ ਵੱਲੋਂ ਏਕਤਾ ਦਾ ਪ੍ਰਗਟਾਵਾ ਕੀਤਾ ਗਿਆ, ਜਿਵੇਂ ਔਰਤਾਂ ਦੇ ਵੱਲੋਂ ਆਪਣੇ ਸਿਰੜ ਦਾ ਪ੍ਰਗਟਾਵਾ ਕੀਤਾ ਗਿਆ, ਉਹਨੂੰ ਲੱਖ ਵਾਰ ਸਲਾਮ ਕਰਨ ਨੂੰ ਚਿੱਤ ਕੀਤਾ। ਕਿਉਂਕਿ ਲੰਘੇ ਕੱਲ ਜਿਵੇਂ ਸੋਸ਼ਲ ਮੀਡੀਆ ਦੇ ਉੱਤੇ ਜਾਂ ਹੋਰ ਵੱਖ-ਵੱਖ ਮਾਧਿਅਮਾਂ ਦੇ ਰਾਹੀਂ ਜਾਣਕਾਰੀ ਮਿਲਦੀ ਸੀ ਕਿ ਜਿੱਧਰ ਵੀ ਨਿਗਾਹ ਮਾਰਦੇ ਜਿਹੜੇ ਵੀ ਬਾਰਡਰ ਦੇ ਉੱਤੇ ਸਿਰਫ ਔਰਤਾਂ ਹੀ ਨਜ਼ਰ ਆਉਂਦੀਆਂ। ਪੰਡਾਲ ਭਰੇ ਪਏ ਸੀ, ਬੱਸਾਂ ਦੇ ਵਿੱਚ, ਕਾਰਾਂ ਦੇ ਵਿੱਚ, ਟਰੱਕਾਂ ਦੇ ਵਿੱਚ, ਟਰਾਲੀਆਂ ਤੇ ਔਰਤਾਂ ਹੀ ਔਰਤਾਂ ਆ ਰਹੀਆਂ ਸੀ। ਔਰਤਾਂ ਟਰੈਕਟਰ ਚਲਾ ਕੇ ਵੀ ਪਹੁੰਚੀਆਂ 8 ਤਰੀਕ ਕਰਕੇ। ਔਰਤਾਂ ਨੇ ਮੰਚ ਵੀ ਸੰਭਾਲਿਆ, ਔਰਤਾਂ ਨੇ ਹੀ ਭਾਸ਼ਣ ਦਿੱਤੇ ਆ, ਯਾਨੀ ਕਿ ਔਰਤਾਂ ਨੇ ਕਮਾਲ ਪੇਸ਼ ਕੀਤੇ ਆ। ਤੇ ਅਸੀਂ ਧੰਨਵਾਦ ਕਰਦੇ ਉਹਨਾਂ ਸਾਰੀਆਂ ਹੀ ਔਰਤਾਂ ਦਾ ਜਿਨ੍ਹਾਂ ਦੇ ਕਰਕੇ ਇਹ ਸਾਰਾ ਅੰਦੋਲਨ ਹੁਣ ਤੱਕ ਚੱਲਿਆ। ਕਿਉਂਕਿ ਭਾਵੇਂ ਔਰਤ ਮਾਂ ਦੇ ਰੂਪ 'ਚ ਹੋਵੇ, ਭੈਣ, ਧੀ ਦੇ ਰੂਪ ਦੇ ਵਿੱਚ ਹੋਵੇ ਜਾਂ ਪਤਨੀ ਦੇ ਰੂਪ ਦੇ ਵਿੱਚ ਹੋਵੇ, ਜੇਕਰ ਉਹਨਾਂ ਨੇ ਘਰਾਂ ਦੇ ਵਿੱਚੋਂ ਬੰਦਿਆਂ ਨੂੰ ਬਾਰਡਰਾਂ ਦੇ ਉੱਤੇ ਬੈਠਣ ਦੀ ਆਗਿਆ ਦਿੱਤੀ ਹੈ, ਜੇਕਰ ਉਹਨਾਂ ਨੇ ਬੇਫਿਕਰੀ ਪੈਦਾ ਕੀਤੀ ਹੈ, ਤਾਂ ਹੀ ਬੰਦੇ ਜਿਹੜੇ ਉਹ ਬਾਰਡਰਾਂ ਦੇ ਉੱਤੇ ਬੈਠ ਕੇ ਇੰਨਾ ਚਿਰ ਹੋ ਗਿਆ ਉਹ ਲਗਾਤਾਰ ਸਰਕਾਰ ਨਾਲ ਲੜਾਈ ਲੜ ਰਹੇ ਆ। ਪਰ ਜੇਕਰ ਘਰ ਦਾ ਹੀ ਬੰਦੇ ਨੂੰ ਫਿਕਰ ਰਵੇ ਵੀ ਨਿਆਣੇ ਕਿਵੇਂ ਸਕੂਲ ਭੇਜਣੇ ਤਿਆਰ ਕਰਕੇ, ਇਹ ਫਿਕਰ ਰਵੇ ਜੀ ਕਿ ਰਾਸ਼ਨ ਪਾਣੀ ਨਾ ਕਿਤੇ ਮੁੱਕ ਜੇ, ਇਹ ਫਿਕਰ ਰਵੇ ਜੀ ਕਣਕ ਨੂੰ ਪਾਣੀ ਲਾਉਣ ਵਾਲਾ ਪਿਆ। ਸੋ ਇਸ ਕਰਕੇ ਇਸ ਅੰਦੋਲਨ ਦੇ ਵਿੱਚ ਔਰਤਾਂ ਦਾ ਬਹੁਤ ਵੱਡਾ ਯੋਗਦਾਨ ਹੈ। ਇਸੇ ਯੋਗਦਾਨ ਨੂੰ ਸਲਾਮ ਕਰਦਿਆਂ ਟਾਈਮ ਮੈਗਜ਼ੀਨ ਦੇ ਵੱਲੋਂ ਕਵਰ ਪੇਜ ਦੇ ਉੱਤੇ ਜਿਹੜੀ ਫੋਟੋ ਛਾਪੀ ਗਈ ਆ ਔਰਤਾਂ ਦੀ, ਉਹਦੇ ਕਰਕੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇਸ ਅੰਦੋਲਨ ਦੀ ਹੁਣ ਹੋਰ ਵੀ ਚਰਚਾ ਹੋਣ ਲੱਗੀ ਹੈ। ਹੁਣ ਜੇ ਪਹਿਲੀ ਉਸ ਵੱਡੀ ਖਬਰ ਦੇ ਵੱਲ ਜਾਂਦੇ ਆ ਜਿਹੜੀ ਕਿ ਪੰਜਾਬ ਦੇ ਬਜਟ ਦੇ ਨਾਲ ਜੁੜੀ ਹੋਈ ਹੈ। 100 ਤਰ੍ਹਾਂ ਦੇ ਸਵਾਲ ਮਨ ਦੇ ਵਿੱਚ ਆਉਂਦੇ ਆ। ਪੰਜਾਬ ਦੀ ਸਰਕਾਰ ਦਾ ਇਹ ਆਖਰੀ ਬਜਟ ਸੀ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਵੱਲੋਂ ਪੇਸ਼ ਕੀਤਾ ਗਿਆ। ਇਉਂ ਲੱਗਦਾ ਸੀ ਵੀ ਪੰਜਾਬ ਦੇ ਵਿੱਚ ਇੰਨੇ ਕੁ ਪੈਸੇ ਆ ਗਏ ਆ, ਇੰਨਾ ਕੁ ਵੱਡਾ ਸਾਡਾ ਨੱਕੋ ਨੱਕ ਭਰਿਆ ਹੋਇਆ ਖਜ਼ਾਨਾ ਵੀ ਇਹਨੂੰ ਇੰਨਾ ਪੈਸਾ ਦੇ ਦਿਓ, ਇਹਨੂੰ ਇੰਨਾ ਪੈਸਾ ਦੇ ਦਿਓ, ਇਹਨੂੰ ਇੰਨਾ ਪੈਸਾ ਦੇ ਦਿਓ। ਪਰ ਉਹ ਪੈਸਾ ਆਉਣਾ ਕਿੱਥੋਂ ਆ, ਨਾ ਤਾਂ ਪਿਛਲੀ ਵਾਰ ਪਤਾ ਲੱਗਾ ਤੇ ਨਾ ਹੀ ਹੁਣ ਪਤਾ ਲੱਗਾ। ਵਿੱਤ ਮੰਤਰੀ ਸਾਹਿਬ ਇਹ ਗੱਲ ਕਹਿੰਦੇ ਜੀ ਕਿ ਕਰੋਨਾ ਦੇ ਕਰਕੇ ਬਹੁਤ ਵੱਡਾ ਘਾਟਾ ਪਿਆ ਸੂਬੇ ਨੂੰ ਰੈਵਨਿਊ ਦੇ ਮਾਮਲੇ ਦੇ ਵਿੱਚ। ਫਿਰ ਉਹ ਇਹ ਗੱਲ ਕਹਿੰਦੇ ਜੀ ਕਿ ਹੁਣ ਸਾਡੀ ਆਮਦਨ ਦੁੱਗਣੀ ਵੀ ਹੋ ਰਹੀ ਹੈ। ਪਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਕਿ 750 ਦੀ ਥਾਂ ਦੇ ਉੱਤੇ ਬੁਢਾਪਾ ਪੈਨਸ਼ਨ 1500 ਕਰਤੀ ਹੈ, 21,000 ਰੁਪਏ ਦੀ ਥਾਂ ਦੇ ਉੱਤੇ ਸ਼ਗਨ ਸਕੀਮ ਦੀ ਰਾਸ਼ੀ ਅਸੀਂ 51,000 ਰੁਪਈਆ ਕਰਤੀ ਹੈ। ਉਹਨਾਂ ਨੇ ਕਿਹਾ ਜੀ ਕਿ ਔਰਤਾਂ ਤੇ ਵਿਦਿਆਰਥੀ ਸਰਕਾਰੀ ਬੱਸਾਂ ਦੇ ਵਿੱਚ ਮੁਫਤ ਸਫ਼ਰ ਕਰਿਆ ਕਰਨਗੇ। ਇਹ ਸਾਰਾ ਕੁਝ ਸੰਭਵ ਕਿਵੇਂ ਹੋਊਗਾ? ਹੁਣ ਇਹ ਤਾਂ ਹੈ ਨਹੀਂ ਵੀ ਅਲਾਦੀਨ ਦਾ ਚਿਰਾਗ ਆ ਕੋਈ, ਉਹਨੂੰ ਰਗੜਾਂਗੇ ਵਿੱਚੋਂ ਜਿੰਨ ਨਿਕਲੂਗਾ, ਉਹ ਕਹੂਗਾ ਹੁਕਮ ਮੇਰੇ ਆਕਾ। ਤੇ ਮਨਪ੍ਰੀਤ ਸਿੰਘ ਬਾਦਲ ਕਹਿਣਗੇ ਜੀ ਤੁਸੀਂ ਐਂ ਕਰੋ ਵੀ ਖਜ਼ਾਨਾ ਨੱਕੋ ਨੱਕ ਭਰ ਦਿਓ, ਤੇ ਉਹਨੇ ਕਹਿਣਾ ਠੀਕ ਹੈ ਜੀ ਹੁਣ ਭਰ ਗਿਆ। ਸੋ ਇਸ ਤਰੀਕੇ ਦਾ ਤਾਂ ਕੁਝ ਹੋਣਾ ਨਹੀਂ। ਸੋ ਸੂਬੇ ਦੀ ਸਰਕਾਰ ਦੇ ਵੱਲੋਂ ਇਹ ਗੱਲ ਬਿਲਕੁਲ ਨਹੀਂ ਕੱਲ੍ਹ ਦੇ ਬਜਟ ਦੇ ਵਿੱਚ ਦੱਸੀ ਗਈ ਕਿ ਇਹ ਪੈਸਾ ਆਊਗਾ ਕਿੱਥੋਂ। ਜਿਹੜਾ ਅਸੀਂ ਐਲਾਨ ਕਰ ਰਹੇ ਹਾਂ, ਜਿਹੜੇ ਅਸੀਂ ਵਾਅਦੇ ਕਰ ਰਹੇ ਹਾਂ, ਇਹ ਬਜਟ ਕਿੱਥੋਂ ਆਉਣਾ? ਅਸੀਂ ਬਜਟ ਖਰਚਣ ਦੀ ਗੱਲ ਤਾਂ ਕਰ ਰਹੇ ਹਾਂ, ਪੈਸਾ ਕਿਤੋਂ ਆਊਗਾ ਤਾਂ ਹੀ ਉਹਨੇ ਖਰਚ ਕਰਾਂਗੇ ਨਾ। ਪਿਛਲੀ ਵਾਰ ਜਿਹੜਾ ਬਜਟ ਪੇਸ਼ ਕੀਤਾ ਗਿਆ ਸੀ ਉਹਦੇ ਵਿੱਚੋਂ ਬਹੁਤ ਕੁਝ ਅੱਧਾ ਅਧੂਰਾ। ਐਤਕੀ ਜਿਹੜਾ ਬਜਟ ਪੇਸ਼ ਕੀਤਾ ਗਿਆ ਇਹ ਕਦੋਂ ਪੂਰਾ ਹੋਊਗਾ ਕੁਝ ਕਹਿ ਨਹੀਂ ਸਕਦੇ। ਪਰ ਕਿਸਾਨਾਂ ਨੂੰ ਵੀ ਖੁਸ਼ ਕਰਨ ਦੀ ਗੱਲ ਕੀਤੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਜੀ ਕਿ ਇਹੋ ਜਿਹਾ ਬਜਟ ਕਦੇ ਪੇਸ਼ ਨਹੀਂ ਹੋਇਆ। ਉਧਰੋਂ ਵਿਰੋਧੀ ਪਾਰਟੀਆਂ ਗੱਲ ਕਹਿ ਰਹੀਆਂ ਕਿ ਪ੍ਰਸ਼ਾਂਤ ਕਿਸ਼ੋਰ ਦੇ ਵੱਲੋਂ ਤਿਆਰ ਕੀਤਾ ਗਿਆ ਬਜਟ ਲੱਗਦਾ ਹੈ, ਕਿਉਂਕਿ ਉਹੀ ਸੁਪਨੇ ਵੇਚਣ ਦਾ ਕੰਮ ਕਰਦੇ ਹੁੰਦੇ ਆ। ਐਤਕੀ ਵੀ ਛੁਰਲੀ ਉਹਨਾਂ ਨੇ ਛਡਵਾਈ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਕਿ ਕਿਸਾਨਾਂ ਨੇ ਕਿਵੇਂ ਇਸ ਬਜਟ ਦੇ ਉੱਤੇ ਸਵਾਲ ਚੁੱਕੇ ਆ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ।
ਪੰਜਾਬ ਸਰਕਾਰ ਵੱਲੋਂ ਸਾਲਾਨਾ ਬਜਟ ਵਿਧਾਨ ਸਭਾ ਦੇ ਵਿੱਚ ਲੰਘੇ ਕੱਲ੍ਹ ਪੇਸ਼ ਕੀਤਾ ਗਿਆ। ਇਸ ਬਜਟ ਦੇ ਵਿੱਚ ਪੰਜਾਬ ਦੇ ਕਿਸਾਨਾਂ ਲਈ ਦੂਜੇ ਪੜਾਅ ਤਹਿਤ 1186 ਕਰੋੜ ਰੁਪਈਆ ਕਰਜ਼ ਮਾਫੀ ਵਾਸਤੇ ਰੱਖੇ ਗਏ ਨੇ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਵਾਸਤੇ ਰੱਖੀ ਕਰਜ਼ ਮਾਫੀ ਦੀ ਰਾਸ਼ੀ ਨੂੰ ਲੈ ਕੇ ਬਰਨਾਲੇ ਵਿੱਚ ਕਿਸਾਨਾਂ ਨੇ ਆਪਣੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਇਸ ਦੌਰਾਨ ਕਿਸਾਨਾਂ ਨੇ ਕਿਹਾ ਕਿ ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਚੋਣਾਂ ਵੇਲੇ ਪੰਜਾਬ ਦੇ ਕਿਸਾਨਾਂ ਦਾ ਮੁਕੰਮਲ ਪ੍ਰਾਈਵੇਟ ਤੇ ਸਰਕਾਰੀ ਕਰਜ਼ਾ ਮਾਫ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਸੀ, ਪਰ ਸਰਕਾਰ ਵੱਲੋਂ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਆਪਣੇ ਵਾਅਦਿਆਂ ਤੋਂ ਮੂੰਹ ਫੇਰ ਲਿਆ ਗਿਆ। ਉਹਨਾਂ ਨੇ ਸੂਬਾ ਸਰਕਾਰ ਦੇ ਉੱਤੇ ਵਰਦੇ ਕਿਹਾ ਕਿ ਚੋਣਾਂ ਸਮੇਂ ਕੀਤੇ ਗਏ ਵਾਅਦਿਆਂ ਵਿੱਚੋਂ ਕੈਪਟਨ ਸਰਕਾਰ ਨੇ ਇੱਕ ਵੀ ਪੂਰਾ ਨਹੀਂ ਕੀਤਾ। ਪੰਜਾਬ ਦੇ ਕਿਸਾਨਾਂ ਸਿਰ 1 ਲੱਖ ਕਰੋੜ ਰੁਪਏ ਦੇ ਕਰੀਬ ਕਰਜ਼ਾ, ਪਰ ਸਰਕਾਰ ਵੱਲੋਂ ਪਿਛਲੇ ਪੜਾਅ ਦੇ ਵਿੱਚ 4600 ਕਰੋੜ ਰੁਪਏ ਦੇ ਕਰੀਬ ਕਰਜ਼ਾ ਮਾਫ ਕੀਤਾ ਗਿਆ ਸੀ ਤੇ ਇਸ ਵਾਰ 1100 ਤੇ 86 ਕਰੋੜ ਰੁਪਏ ਕਰਜ਼ਾ ਮਾਫੀ ਦੀ ਰਕਮ ਰੱਖੀ ਗਈ ਹੈ। ਕਿਸਾਨਾਂ ਨੇ ਕਿਹਾ ਕਿ ਇਸ ਨਾਲ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮਾਫ ਹੋਣ ਵਾਲਾ ਨਹੀਂ। ਹੁਣ ਵੀ ਸਰਕਾਰ ਤੋਂ ਉਮੀਦ ਸੀ ਕਿ ਇਸ ਬਜਟ ਦੇ ਵਿੱਚ ਪੰਜਾਬ ਦੇ ਕਿਸਾਨਾਂ ਵਾਸਤੇ ਵੱਡੀ ਰਾਹਤ ਹੋਵੇਗੀ, ਪਰ ਸਰਕਾਰ ਦਾ ਬਜਟ ਉਸ ਦੀ ਉਮੀਦ ਦੇ ਬਿਲਕੁਲ ਉਲਟ ਰਿਹਾ। ਕਿਸਾਨਾਂ ਨੇ ਕਿਹਾ ਕਿ ਉਹਨਾਂ ਨੂੰ ਹੁਣ ਕਿਸੇ ਵੀ ਰਾਜਨੀਤਿਕ ਪਾਰਟੀ ਤੇ ਸਰਕਾਰ ਤੋਂ ਉਮੀਦ ਨਹੀਂ ਹੈ। ਉਹਨਾਂ ਨੂੰ ਆਪਣੀਆਂ ਮੰਗਾਂ ਤੇ ਮਸਲਿਆਂ ਦੇ ਹੱਲ ਵਾਸਤੇ ਸਿਰਫ ਤੇ ਸਿਰਫ ਕਿਸਾਨੀ ਸੰਘਰਸ਼ ਤੋਂ ਹੀ ਆਸ ਦਿਸ ਰਹੀ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿਸਾਨੀ ਕਰਜ਼ਿਆਂ ਦੀ ਗੱਲ ਲੰਮੇ ਸਮੇਂ ਤੋਂ ਚੱਲ ਰਹੀ ਹੈ। ਕੈਪਟਨ ਸਰਕਾਰ ਨੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਇਹ ਗੱਲ ਕਹੀ ਸੀ ਕਿ ਸੂਬੇ ਦੇ ਪ੍ਰਾਈਵੇਟ ਤੇ ਸਰਕਾਰੀ ਬੈਂਕਾਂ ਦੇ ਸਾਰੇ ਕਰਜ਼ੇ ਜਿਹੜੇ ਕਿਸਾਨੀ ਦੇ ਮਾਫ ਕੀਤੇ ਜਾਣਗੇ। ਫਿਰ ਗੱਲ ਚੱਲੀ ਜੀ ਕਿ 5 ਏਕੜ ਤੋਂ ਘੱਟ ਦੇ ਮਾਫ ਕੀਤੇ ਜਾਣਗੇ ਤੇ ਹੁਣ ਵੀ ਵਿੱਚ ਵਿਚਾਲੇ ਬਹੁਤ ਸਾਰੇ ਇਹੋ ਜਿਹੇ ਰੌਲੇ ਆ ਜਿਹਦੇ ਕਰਕੇ ਕਿਸਾਨੀ ਸੰਤੁਸ਼ਟ ਨਹੀਂ ਹੈ। ਉੱਤੋਂ ਹੁਣ ਇਹ ਗੱਲ ਕਹਿ ਦਿੱਤੀ ਗਈ ਹੈ ਜੀ ਕਿ ਅਸੀਂ 1186 ਕਰੋੜ ਰੁਪਏ ਰੱਖ ਲਿਆ। ਜਦੋਂ ਕਰਜ਼ੇ ਇਹਦੇ ਨਾਲੋਂ ਕਈ ਗੁਣਾ ਵੱਧ ਆ ਤਾਂ ਫਿਰ ਅਸੀਂ ਕਰਜ਼ ਮਾਫੀ ਦੀ ਗੱਲ ਕਿਵੇਂ ਕਰ ਸਕਦੇ ਹਾਂ? ਸਵਾਲ ਇਹ ਪੈਦਾ ਹੁੰਦਾ। ਉਸ ਤੋਂ ਅਗਲੀ ਗੱਲ ਇਹ ਹੈ ਵੀ ਜਦੋਂ 2017 ਦੇ ਵਿੱਚ ਚੋਣਾਂ ਹੋਣੀਆਂ ਸੀ ਤਾਂ ਕਾਂਗਰਸ ਨੇ ਵਾਅਦਾ ਕੀਤਾ ਸੀ ਮੈਨੀਫੈਸਟੋ ਦੇ ਵਿੱਚ ਕਿ ਸਾਨੂੰ ਇੱਕ ਵਾਰ ਮੌਕਾ ਦਿਓ, ਅਸੀਂ 2500 ਰੁਪਈਆ ਮਹੀਨਾ ਬਜ਼ੁਰਗਾਂ ਦੀ ਪੈਨਸ਼ਨ ਲਾਵਾਂਗੇ, ਬੁਢਾਪਾ ਪੈਨਸ਼ਨ ਲਾਵਾਂਗੇ। ਹੁਣ ਤੱਕ 750 ਰੁਪਈਆ ਮਿਲਦੀ ਰਹੀ ਹੈ। ਹੁਣ ਐਲਾਨ ਕਰ ਦਿੱਤਾ ਗਿਆ ਜੀ ਕਿ ਇਹ ਅਸੀਂ 1500 ਰੁਪਈਆ ਮਹੀਨਾ ਕਰਾਂਗੇ, ਯਾਨੀ ਕਿ 1000 ਹਾਲੇ ਵੀ ਕੀਤੇ ਗਏ ਵਾਅਦੇ ਤੋਂ ਘੱਟ ਹੈ। ਤੇ ਜਿਹੜੀ ਹੁਣ ਨਵੀਂ ਐਲਾਨੀ ਗਈ ਰਕਮ ਹੈ ਤੇ ਇਹ ਕਦੋਂ ਤੋਂ ਲਾਗੂ ਹੋਊਗੀ ਇਹਦੇ ਬਾਰੇ ਕੁਝ ਨਹੀਂ ਪਤਾ। ਇਹ ਗੱਲ ਕਹੀ ਆ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਕਿ ਸਰਕਾਰੀ ਬੱਸਾਂ ਦੇ ਵਿੱਚ ਔਰਤਾਂ ਤੇ ਵਿਦਿਆਰਥੀ ਮੁਫਤ ਸਫ਼ਰ ਕਰ ਸਕਣਗੇ, ਪਰ PRTC ਪਦ ਬੱਸਾਂ ਜਿਸ ਤਰੀਕੇ ਨਾਲ ਘਾਟੇ ਦੇ ਵਿੱਚ ਚੱਲ ਰਹੀਆਂ ਉਹਨੂੰ ਉਭਾਰਨ ਦੇ ਲਈ ਤਾਂ ਇਸ ਵਕਤ ਲੇਲੜੀਆਂ ਨਿਕਲ ਰਹੀਆਂ। ਬਜਟ ਕਿੱਥੋਂ ਆਊਗਾ? ਸਵਾਲ ਇਹ ਵੀ ਪੈਦਾ ਹੁੰਦਾ। ਸੋ ਬਹੁਤ ਸਾਰਾ ਕੁਝ ਇਹੋ ਜਿਹਾ ਜਿਹਦੇ ਕਰਕੇ ਸਵਾਲ ਦਰ ਸਵਾਲ ਕਈ ਕਿਸਮ ਦੇ ਖੜੇ ਹੁੰਦੇ ਆ। ਇਹ ਕਿਉਂਕਿ ਚੋਣ ਬਜਟ ਜਾਪਦਾ, ਇਸ ਕਰਕੇ ਵਿਰੋਧੀ ਪਾਰਟੀਆਂ ਨੇ ਵੱਧ ਸਵਾਲ ਕੀਤੇ ਆ। ਵਿਰੋਧੀ ਪਾਰਟੀਆਂ ਨੇ ਗੱਲ ਕਹੀ ਹੈ ਕਿ 2022 ਦੇ ਵਿੱਚ ਕਾਂਗਰਸ ਚਾਹੁੰਦੀ ਅਸੀਂ ਫੇਰ ਬਾਜ਼ੀ ਮਾਰ ਲਈਏ, ਇਸ ਕਰਕੇ ਇਹ ਜਿਹੜਾ ਲਿਪਾ ਪੋਚੀ ਵਾਲਾ, ਇਹ ਜਿਹੜਾ ਸੁਪਨਿਆਂ ਵਾਲਾ ਲੋਕ ਲੁਭਾਊ ਬਜਟ ਪੇਸ਼ ਕੀਤਾ ਹੈ, ਇਹਦੇ ਵਿੱਚ ਕੱਢਣ ਪਾਉਣ ਨੂੰ ਕੱਖ ਵੀ ਨਹੀਂ। ਇੱਥੇ ਵੀ ਦੱਸਣਾ ਬਣਦਾ ਕਿ ਪੰਜਾਬ ਦੇ ਸਿਰ ਲਗਭਗ 2,73,000 ਕਰੋੜ ਦਾ ਕਰਜ਼ਾ ਚੜਿਆ ਹੋਇਆ। ਪਿਛਲੇ ਦਿਨੀ ਕੈਗ ਦੇ ਵੱਲੋਂ ਦਿੱਤੀ ਗਈ ਰਿਪੋਰਟ ਦੇ ਮੁਤਾਬਕ 2024-2025 ਦੇ ਵਰੇ ਤੱਕ 3.25 ਲੱਖ ਕਰੋੜ ਰੁਪਏ ਦੇ ਕਰੀਬ ਦਾ ਕਰਜ਼ਾ ਪੰਜਾਬ ਦੇ ਸਿਰ ਬਣ ਜਾਣਾ। ਸੋ ਇਸ ਕਰਕੇ ਜਦੋਂ ਇੰਨਾ ਵੱਡਾ ਖਰਚਾ ਹੋਵੇ, ਜਦੋਂ ਇੰਨਾ ਵੱਡਾ ਕਰਜ਼ਾ ਹੋਵੇ, ਲਗਾਤਾਰ ਬਜਟ ਘਾਟੇਵੰਦਾ ਸਾਬਤ ਹੁੰਦਾ ਹੋਵੇ, ਤਾਂ ਫਿਰ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਲੋਕ ਪੱਖੀ ਸਕੀਮਾਂ ਇਉਂ ਸ਼ੁਰੂ ਹੋ ਜਾਣਗੀਆਂ? ਸਿੱਖਿਆ ਦਾ ਤੇ ਸਿਹਤ ਦਾ ਇੱਕ ਇਹੋ ਜਿਹਾ ਖੇਤਰ ਹੈ ਜਿਹਦੇ ਕਰਕੇ ਬਹੁਤ ਕੁਝ ਸਾਡਾ ਇਹਦੇ ਉੱਤੇ ਨਿਰਭਰ ਕਰਦਾ, ਪਰ ਆਪਾਂ ਜਾਣਦੇ ਕਿ ਸਿੱਖਿਆ ਤੇ ਸਿਹਤ ਦੇ ਵਿੱਚ ਕਿੰਨਾ ਕੁ ਸੁਧਾਰ ਹੁੰਦਾ। ਹਾਲਾਂਕਿ ਵਿੱਤ ਮੰਤਰੀ ਸਾਹਿਬ ਨੇ ਗੱਲ ਕਹੀ ਹੈ ਕਿ ਸਰਕਾਰੀ ਸਕੂਲਾਂ ਦੇ ਨਤੀਜੇ ਪ੍ਰਾਈਵੇਟ ਦੇ ਮੁਕਾਬਲਤਨ ਚੰਗੇ ਹੋਣੇ ਸ਼ੁਰੂ ਹੋਏ ਆ, ਪਰ ਜੇਕਰ ਆਪਾਂ ਗੁਣਵੱਤਾ ਦੀ ਗੱਲ ਕਰਦੇ ਹਾਂ, ਜੇਕਰ ਅਸੀਂ ਕੁਆਲਿਟੀ ਦੀ ਸਕੂਲਾਂ ਦੀ ਇਮਾਰਤਾਂ ਦੀ ਕੁਆਲਿਟੀ ਦੀ ਗੱਲ ਕਰਦੇ ਹਾਂ, ਉੱਥੇ ਮਿਲਦੀਆਂ ਸਹੂਲਤਾਂ ਦੀ ਗੱਲ ਕਰਦੇ ਹਾਂ, ਇੱਕ ਪਾਸੇ ਨਿੱਜੀ ਸਕੂਲ ਰੱਖ ਲਓ, ਇੱਕ ਪਾਸੇ ਸਰਕਾਰੀ ਸਕੂਲ ਰੱਖ ਲਓ, ਆਪਾਂ ਇਸ ਗੱਲ ਦਾ ਕਿਆਸ ਕਦੇ ਕਰ ਸਕਦੇ ਹਾਂ ਕਿ ਨਿੱਜੀ ਸਕੂਲਾਂ ਵਾਲੀਆਂ ਜਿਹੜੀਆਂ ਉਹ ਫੀਸਾਂ ਬੇਸ਼ੱਕ ਵੱਧ ਆ, ਪਰ ਇਹ ਸਰਕਾਰੀ ਸਕੂਲਾਂ ਦੇ ਨਾਲੋਂ ਮਾਤ ਖਾਂਦੀਆਂ ਇਮਾਰਤਾਂ, ਕਿਉਂਕਿ ਇਮਾਰਤਾਂ ਵੀ ਚੰਗੀਆਂ ਹੋਣ, ਅਧਿਆਪਕ ਵੀ ਬਹੁਤ ਵਧੀਆ ਪੜ੍ਹਾਉਂਦੇ ਹੋਣ, ਜਿਵੇਂ ਕਿ ਬਹੁਤ ਸਾਰੇ ਅਧਿਆਪਕ ਚੰਗਾ ਪੜ੍ਹਾ ਵੀ ਰਹੇ ਆ ਸਰਕਾਰੀ ਸਕੂਲਾਂ 'ਚ, ਪਰ ਸਹੂਲਤਾਂ ਦੀ ਥਾਂ ਦੇ ਉੱਤੇ ਜਾ ਕੇ ਅਸੀਂ ਫੇਰ ਮਾਤ ਖਾ ਜਾਂਦੇ ਹਾਂ। ਸਰਕਾਰੀ ਹਸਪਤਾਲ ਦੇ ਵਿੱਚ ਬੰਦਾ ਦਾਖਲ ਹੋਣ ਵੇਲੇ 3600 ਵਾਰ ਸੋਚਦਾ, ਮਾਤੜ ਲੋਕਾਂ ਦੇ ਉਹ ਹਸਪਤਾਲ ਬਣ ਕੇ ਰਹਿ ਗਏ ਆ। ਸੜਕਾਂ ਦਾ ਕਿੰਨਾ ਬੁਰਾ ਹਾਲ ਆ, ਲਿੰਕ ਸੜਕਾਂ ਦਾ ਹਾਲ ਕੀ ਬਣਿਆ ਪਿਆ। ਉਧਰੋਂ ਬੁਢਾਪਾ ਪੈਨਸ਼ਨ ਕੀ ਵੇਲੇ ਸਿਰ ਮਿਲਦੀ ਹੈ 750 ਰੁਪਈਆ ਵੀ, ਕੀ ਘਰ ਘਰ ਦੇ ਵਿੱਚ ਰੁਜ਼ਗਾਰ ਮਿਲਣਾ ਸ਼ੁਰੂ ਹੋ ਗਿਆ, ਕੀ ਕਿਸਾਨੀ ਦੇ ਮੁਕੰਮਲ ਕਰਜ਼ੇ ਮਾਫ ਹੋ ਗਏ। ਇਹ ਉਹ ਵਾਅਦੇ ਆ ਮੋਟੇ-ਮੋਟੇ ਜਿਹੜੇ ਕਿ ਚੋਣਾਂ ਤੋਂ ਪਹਿਲਾਂ ਕੀਤੇ ਗਏ ਸੀ, ਜਿਹੜੇ ਕਿ ਹਾਲੇ ਤੱਕ ਮੁਕੰਮਲ ਪੂਰੇ ਨਹੀਂ ਹੋਏ। ਅਖਬਾਰਾਂ ਦੇ ਵਿੱਚ ਇੱਕ ਸਫ਼ੇ ਦਾ ਇਸ਼ਤਿਹਾਰ ਦੇ ਕੇ ਇਹ ਗੱਲ ਕਹਿਣੀ ਕਿ ਕੀਤੇ ਗਏ ਵਾਅਦਿਆਂ ਵਿੱਚੋਂ ਇੰਨੇ ਫੀਸਦੀ ਅਸੀਂ ਪੂਰੇ ਕਰਤੇ, ਵੱਖਰੀ ਗੱਲ ਹੈ, ਪਰ ਪ੍ਰੈਕਟੀਕਲ ਤੌਰ ਦੇ ਉੱਤੇ ਜਿਹੜਾ ਬੰਦਾ ਰਿਕਸ਼ਾ ਚਲਾਉਂਦਾ, ਜਿਹੜਾ ਬੰਦਾ ਮਜ਼ਦੂਰੀ ਕਰਦਾ, ਜਿਹੜਾ ਕਿਸਾਨ ਆ, ਜਿਹੜਾ ਬੇਰੁਜ਼ਗਾਰ ਹੈ, ਉਹਦੇ ਮੂਹਰੇ ਬਹੁਤ ਸਾਰੇ ਜਿਹੜੀਆਂ ਚੁਣੌਤੀਆਂ ਦੇ ਪਹਾੜ ਖੜੇ ਆ, ਜਿਹੜੇ ਕਿ ਸਰਕਾਰ ਦੇ ਵੱਲੋਂ ਪਹਾੜ ਢਾਏ ਨਹੀਂ ਗਏ। ਸੋ ਇਸ ਕਰਕੇ
ਅਕਾਲੀ ਦਲ ਦੇ ਵੱਲੋਂ, ਆਮ ਆਦਮੀ ਪਾਰਟੀ ਦੇ ਵੱਲੋਂ ਤੇ ਬਾਕੀ ਜਿਹੜੇ ਵਿਰੋਧੀ ਪਾਰਟੀਆਂ ਦੇ ਵਿਧਾਇਕ ਆ ਉਹਨਾਂ ਨੇ ਕੈਪਟਨ ਸਰਕਾਰ ਦੇ ਉੱਤੇ 3600 ਤਰ੍ਹਾਂ ਦੇ ਸਵਾਲ ਕੀਤੇ ਆ। ਇੱਕ ਹੋਰ ਗੱਲ ਦੱਸਣੀ ਬਣਦੀ ਹੈ ਕਿ ਲੰਘੇ ਕੱਲ MLA ਹੋਸਟਲ ਤੋਂ ਲੈ ਕੇ ਤੇ ਵਿਧਾਨ ਸਭਾ ਤੱਕ ਅਕਾਲੀ ਦਲ ਦੇ ਵਿਧਾਇਕਾਂ ਨੇ ਮਾਰਚ ਕਰਨਾ ਸੀ। ਉਹਨਾਂ ਨੇ ਜਦੋਂ ਨਿਕਲੇ ਬਾਹਰ ਤੇ ਰਾਹ ਦੇ ਵਿੱਚ ਪੁਲਿਸ ਨੇ ਬੈਰੀਕੇਡ ਲਾਏ, ਅਕਾਲੀ ਦਲ ਦੇ ਆਗੂਆਂ ਨੇ ਬੈਰੀਕੇਡ ਤੋੜਤੇ। ਜਦੋਂ ਵਿਧਾਨ ਸਭਾ ਦੇ ਗੇਟ ਕੋਲੇ ਪਹੁੰਚੇ ਤਾਂ ਪੁਲਿਸ ਦੇ ਵੱਲੋਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤੇ ਬੱਸਾਂ ਦੇ ਵਿੱਚ ਉਹਨਾਂ ਨੂੰ ਲਿਜਾ ਕੇ ਤੇ ਕਈ ਘੰਟਿਆਂ ਬਾਅਦ ਛੱਡਿਆ ਗਿਆ। ਸੋ ਕਹਿਣ ਦਾ ਭਾਵ ਇਹ ਹੈ ਕਿ ਵਿਰੋਧ ਇੱਕ ਥਾਂ ਦੇ ਉੱਤੇ ਜਾਰੀ ਲਗਾਤਾਰ ਰਿਹਾ, ਪਰ ਸਰਕਾਰ ਨੇ ਆਪਣਾ ਬਜਟ ਪੇਸ਼ ਕਰ ਲਿਆ। ਕੈਪਟਨ ਸਾਹਿਬ ਕਹਿੰਦੇ ਵੀ ਇਹੋ ਜਿਹੇ ਬਜਟ ਬਹੁਤ ਘੱਟ ਪੇਸ਼ ਹੁੰਦੇ ਆ, ਵਿਰੋਧੀ ਪਾਰਟੀਆਂ ਕਹਿੰਦੀਆਂ ਕੱਢਣ ਪਾਉਣ ਨੂੰ ਇਹਦੇ ਵਿੱਚ ਕੱਖ ਵੀ ਨਹੀਂ। ਤੇ ਜਾਂਦੇ ਜਾਂਦੇ ਇੱਕ ਗੱਲ ਹੋਰ ਦੱਸੀਏ ਖਬਰ ਦੀ ਸਮਾਪਤੀ ਤੋਂ ਪਹਿਲਾਂ ਕਿ ਪਿਛਲੇ ਦਿਨੀ ਬਾਕੀ ਬਚੇ ਸਾਰੇ ਦਿਨ ਅਕਾਲੀ ਦਲ ਦੇ ਜਿੰਨੇ ਵਿਧਾਇਕ ਆ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ, ਪਰ ਹੁਣ ਸਪੀਕਰ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਵੀ ਜਿਹੜੇ 2 ਦਿਨ ਬਾਕੀ ਬਚਦੇ ਆ 9 ਤੇ 10 ਤਰੀਕ, ਇਹਦੇ ਲਈ ਉਹ ਜਿਹੜੀ ਸਸਪੈਂਡ ਕੀਤੇ ਗਏ ਸੀਗੇ ਉਹ ਰੱਦ ਕੀਤੀ ਜਾਂਦੀ ਆ। ਇਹਨਾਂ ਨੂੰ ਮੁਅੱਤਲ ਜਿਹੜਾ ਕੀਤਾ ਗਿਆ ਸੀ ਉਹ ਗੱਲ ਖਤਮ ਕੀਤੀ ਜਾਂਦੀ ਆ। ਹੁਣ ਅਕਾਲੀ ਦਲ ਦੇ ਵਿਧਾਇਕ ਵਿਧਾਨ ਸਭਾ ਦੇ ਵਿੱਚ ਅੱਜ ਤੇ ਭਲਕ ਨੂੰ ਆ ਸਕਣਗੇ। ਸਿੰਘੂ ਬਾਰਡਰ ਤੇ ਗੋਲੀ ਚੱਲੀ ਹੈ। ਗੋਲੀ ਚੱਲਣ ਕਰਕੇ ਲੋਕਾਂ ਦੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਹੋਏ ਆ। ਕੁਦਰਤੀ ਗੱਲ ਹੈ ਵੀ ਜਿਹੜੇ ਏਰੀਏ ਦੇ ਵਿੱਚ ਜਿਹੜੀ ਥਾਂ ਦੇ ਉੱਤੇ ਬਾਰਡਰ ਦੇ ਉੱਤੇ ਗੋਲੀ ਚੱਲੀ ਹੈ ਉੱਥੋਂ ਦੇ ਕਿਸਾਨ ਸਹਿਮੇ ਵੀ ਹੋਣਗੇ, ਕਿਉਂਕਿ ਭਾਰਤ ਦੇ ਵਿੱਚ ਮੂਰਖਾਂ ਦੀ ਵੀ ਕਮੀ ਨਹੀਂ, ਜਿਹੜੇ ਜਿੱਥੋਂ ਲੰਗਰ ਛਕਦੇ ਆ ਉੱਥੇ ਹੀ ਗੋਲੀ ਚਲਾਉਣ ਲੱਗ ਪੈਂਦੇ ਆ। ਹਾਲਾਂਕਿ ਕਿਤੇ ਵੀ ਨਾ ਚੱਲੇ, ਹਰ ਥਾਂ ਦੇ ਉੱਤੇ ਸ਼ਾਂਤੀ ਹੋਵੇ, ਹਰ ਥਾਂ ਦੇ ਉੱਤੇ ਪਿਆਰ ਦਾ ਪਸਾਰਾ ਹੋਵੇ, ਲੋੜ ਤਾਂ ਇਸ ਗੱਲ ਦੀ ਹੈ। ਪਰ ਨਹੀਂ ਟਲਦੇ ਬਾਂਦਰਾਂ ਨੂੰ ਗਲੇਲਾਂ ਫੜਾਈਆਂ ਹੋਈਆਂ, ਉਹ ਕਿਤੇ ਵੀ ਕੁਝ ਵੀ ਕਰ ਜਾਂਦੇ ਆ। ਪਤਾ ਲੱਗਾ ਕਿ ਚਿੱਟੇ ਰੰਗ ਦੀ ਗੱਡੀ, ਪਤਾ ਲੱਗਾ ਚੰਡੀਗੜ੍ਹ ਦੇ ਨੰਬਰ ਵਾਲੀ ਗੱਡੀ, 4 ਉਹਦੇ ਵਿੱਚ ਮੁਸਟੰਡੇ ਆ ਜਿਨ੍ਹਾਂ ਨੇ ਆ ਕੇ ਰਾਤ ਦੇ ਵੇਲੇ ਗੋਲੀਆਂ ਚਲਾਈਆਂ। ਹੁਣ ਉਸ ਤੋਂ ਬਾਅਦ ਪੁਲਿਸ ਦੀ ਜ਼ਿੰਮੇਵਾਰੀ ਵੱਧ ਜਾਂਦੀ ਹੈ, ਕਿਉਂਕਿ ਪੁਲਿਸ ਦੇ ਵੱਲੋਂ ਆਪਾਂ ਜਾਣਦੇ ਕਿ 26 ਤਰੀਕ ਦੇ ਮੱਦੇਨਜ਼ਰ ਬਿਨਾਂ ਕਸੂਰ ਵਾਲੇ ਕਿਸਾਨਾਂ ਨੂੰ ਵੀ ਚੁੱਕਿਆ ਗਿਆ, ਅਤਿਆਚਾਰ ਵੀ ਕੀਤਾ ਗਿਆ। ਜ਼ਮਾਨਤ ਦੇ ਉੱਤੇ ਬਾਹਰ ਆਉਂਦੇ ਕਿਸਾਨ ਆ ਜਿਹੜੇ ਉਹ 100 ਤਰ੍ਹਾਂ ਦੀਆਂ ਗੱਲਾਂ ਦੱਸਦੇ ਆ ਵੀ ਜੇਲ੍ਹ ਦੇ ਵਿੱਚ ਸਾਡੇ ਨਾਲ ਆਹ ਵਿਹਾਰ ਹੋਇਆ, ਸਾਡੇ ਕਕਾਰਾਂ ਦੀ ਬੇਅਦਬੀ ਤੋਂ ਲੈ ਕੇ ਸਾਨੂੰ ਜ਼ਲੀਲ ਕਿਸ ਤਰੀਕੇ ਨਾਲ ਕੀਤਾ ਦਿੱਲੀ ਦੀ ਪੁਲਿਸ ਨੇ, ਉਹ ਵੀ ਬਿਨਾਂ ਕਸੂਰੋਂ। ਕੋਈ ਲੰਗਰ ਛਕ ਰਿਹਾ ਸੀ, ਚੱਕ ਲਿਆ। ਉਹ ਦਿੱਲੀ ਦੇ ਵਿੱਚ ਲਾਲ ਕਿਲੇ ਵੱਲ ਗਿਆ ਹੀ ਨਹੀਂ ਸੀ ਬੰਦਾ, ਉਹਨੂੰ ਤਾਂ ਵੀ ਤੰਗ ਪਰੇਸ਼ਾਨ ਕੀਤਾ। ਕੋਈ ਬੁਰਾੜੀ ਦੇ ਮੈਦਾਨ ਦੇ ਵਿੱਚ ਸੁੱਤਾ ਪਿਆ ਸੀਗਾ, ਉਹਨੂੰ ਫਿਰ ਵੀ ਪੁਲਿਸ ਨੇ 27 28 ਨੂੰ ਚੱਕ ਲਿਆ। ਉਹ 26 ਤਰੀਕ ਨੂੰ ਕਿਤੇ ਗਿਆ ਹੀ ਨਹੀਂ ਸੀ ਤੇ ਫਿਰ ਵੀ ਪੁਲਿਸ ਨੇ ਤੰਗ ਪਰੇਸ਼ਾਨ ਕੀਤਾ। ਹੁਣ ਜਦੋਂ CCTV ਕੈਮਰੇ ਦੀ ਫੁਟੇਜ ਵੀ ਦਿੱਤੀ ਆ, ਹੁਣ ਜਦੋਂ ਗੱਡੀ ਦਾ ਨੰਬਰ ਵੀ ਦੇ ਦਿੱਤਾ, ਹੁਣ ਜਦੋਂ ਚਿਹਰੇ ਵੀ ਸਾਹਮਣੇ ਆ ਗਏ ਆ, ਤਾਂ ਦਿੱਲੀ ਦੀ ਪੁਲਿਸ ਬਣਦੀ ਕਾਰਵਾਈ ਕਿਹੋ ਜਿਹੀ ਕਰੂਗੀ ਇਹਦੇ ਵੱਲ ਸਭ ਦੀ ਨਿਗਾਹ ਟਿਕੀ ਹੋਈ ਹੈ। ਪਰ ਤੁਸੀਂ ਸੋਚ ਕੇ ਦੇਖੋ ਕਿ ਕਿਸੇ ਵੀ ਥਾਂ ਦੇ ਉੱਤੇ ਬਾਰਡਰ ਦੇ ਉੱਤੇ ਕਿਤੇ ਵੀ ਗੋਲੀ ਚੱਲਦੀ ਹੈ ਤਾਂ ਕਿਸਾਨਾਂ ਦੇ ਵਿੱਚ ਸਹਿਮ ਕਿੰਨਾ ਪੈਦਾ ਹੋ ਜਾਣਾ, ਇਹਦੇ ਉੱਤੇ ਸਵਾਲ ਕਿੰਨੇ ਉੱਠਣੇ ਆ। ਗੋਦੀ ਮੀਡੀਆ ਨੇ ਇਹ ਗੱਲ ਬਿਲਕੁਲ ਨਹੀਂ ਦਿਖਾਉਣੀ। ਹੁਣ ਜ਼ਰਾ ਇੱਕ ਮਿੰਟ ਇਹ ਵੀ ਸੋਚ ਕੇ ਦੇਖੋ ਵੀ ਜਿਨ੍ਹਾਂ ਨੇ ਗੋਲੀ ਚਲਾਈ ਹੈ, ਜੇ ਕਿਤੇ ਉਹਨਾਂ ਦੇ ਉੱਤੇ ਮੋੜਵਾਂ ਹਮਲਾ ਕਿਸਾਨ ਵੀ ਕਰਦੇ, ਜਦੋਂ ਉਹ ਬਹਿਸਬਾਜ਼ੀ ਕਰਕੇ ਗਏ ਸੀ, ਮੰਦਾ ਚੰਗਾ ਬੋਲ ਕੇ ਗਏ, ਕਿਸਾਨ ਉਹ ਵੀ ਉਹਨਾਂ ਨੂੰ ਬਰਾਬਰ ਬੋਲਦੇ, ਤਾਂ ਇਸੇ ਗੋਦੀ ਮੀਡੀਆ ਨੇ ਗੱਲ ਕਹਿਣੀ ਸੀ ਕਿ ਲੰਗਰ के नाम पर किसान करते हैं बदमाशी, लंगर के नाम पर निकालते हैं गालियां, ये तो मारपीट करते हैं। पर हुण नहीं उन्होंने कोई खबर पेश की। किसी एक भी गोदी मीडिया के अंग ने यह गल नहीं दसी कि बेकसूर किसान जिहड़े कि लंगर छकाउंदे आ, जिहड़े कि उत्थे ठंडा पानी पिआउंदे आ, उन्हां दे उत्ते आके इहो जे शराबी कबाबी, इहो जे गुंडे बदमाश चोर उचक्के जिहड़े आ, इन्हां दे वल्लों अत्याचार किया जांदा, इन्हां नूं इस वक्त डराउण धमकाउण दी कोशिश की जाती है। पहलां इस रिपोर्ट का वेरवा साझा करदे आ, बाद विच करांगे टिप्पणी। ਦਿੱਲੀ ਦੇ ਸਿੰਘੂ ਬਾਰਡਰ ਦੇ ਉੱਤੇ ਐਤਵਾਰ ਦੀ ਰਾਤ ਨੂੰ ਕਾਰ ਸਵਾਰ ਸ਼ਰਾਰਤੀ ਅਨਸਰਾਂ ਨੇ ਗੋਲੀਬਾਰੀ ਕੀਤੀ ਹੈ। ਇਹ ਵਾਰਦਾਤ ਸਿੰਘੂ ਬਾਰਡਰ ਦੇ ਨੇੜੇ TDI ਮਾਲ ਦੇ ਕੋਲੇ ਵਾਪਰੀ ਹੈ। ਪੁਲਿਸ ਮੁਤਾਬਕ ਦੇਰ ਰਾਤੀ ਉਹਨਾਂ ਨੂੰ TDI ਸਿਟੀ ਸਾਹਮਣੇ ਗੋਲੀ ਚੱਲਣ ਦੀ ਖਬਰ ਮਿਲੀ ਸੀ। ਉਸ ਤੋਂ ਬਾਅਦ ਪੁਲਿਸ ਨੇ ਤੁਰੰਤ ਮੌਕੇ ਦੇ ਉੱਤੇ ਪਹੁੰਚ ਕੇ ਮੁਆਇਨਾ ਕੀਤਾ। ਕਿਸਾਨਾਂ ਨੇ ਪੁਲਿਸ ਨੂੰ ਇਹ ਗੱਲ ਦੱਸੀ ਹੈ ਕਿ ਚੰਡੀਗੜ੍ਹ ਦੇ ਨੰਬਰ ਵਾਲੀ ਗੱਡੀ ਦੇ ਉੱਤੇ ਸਵਾਰ ਹੋ ਕੇ ਕੁਝ ਲੋਕ ਆਏ ਸਨ, ਫਿਰ ਖਾਣੇ ਨੂੰ ਲੈ ਕੇ ਕਿਸੇ ਗੱਲ ਦੇ ਉੱਤੇ ਝਗੜਾ ਹੋ ਗਿਆ। ਉਸ ਤੋਂ ਬਾਅਦ ਗੱਲ ਗੋਲੀ ਤੱਕ ਪਹੁੰਚ ਗਈ। ਇੱਥੇ 3 ਰਾਊਂਡ ਗੋਲੀਆਂ ਚਲਾਈਆਂ ਗਈਆਂ ਨੇ। ਚਾਰੇ ਬਦਮਾਸ਼ ਭੱਜਣ ਦੇ ਵਿੱਚ ਕਾਮਯਾਬ ਹੋ ਗਏ। ਹਰਿਆਣਾ ਪੁਲਿਸ ਮੁਤਾਬਕ ਕਿਸਾਨਾਂ ਨੇ ਮੌਕੇ ਵਾਰਦਾਤ ਤੋਂ ਗੋਲੀ ਦੇ ਖਾਲੀ ਖੋਲ ਵੀ ਪੁਲਿਸ ਨੂੰ ਦਿੱਤੇ ਨੇ। ਪੁਲਿਸ ਨੇ FIR ਦਰਜ ਕਰਕੇ ਆਲੇ ਦੁਆਲੇ ਦੇ CCTV ਕੈਮਰਿਆਂ ਦੀ ਫੁਟੇਜ ਲੱਭਣੀ ਸ਼ੁਰੂ ਕਰ ਦਿੱਤੀ। ਪੁਲਿਸ ਨੇ ਕਾਰ ਦਾ ਨੰਬਰ ਵੀ ਪਤਾ ਕੀਤਾ। ਦਿੱਲੀ ਬਾਰਡਰ ਦੇ ਉੱਤੇ 100 ਦਿਨ ਤੋਂ ਵੱਧ ਇਸ ਵਕਤ ਕਿਸਾਨ ਲਗਾਤਾਰ ਅੰਦੋਲਨ ਕਰ ਰਹੇ ਨੇ। ਤਦ ਤੋਂ ਲੈ ਕੇ ਹੁਣ ਤੱਕ ਕਈ ਵਾਰਦਾਤਾਂ ਵਾਪਰੀਆਂ ਨੇ। ਕਿਸਾਨਾਂ ਨੇ ਜ਼ਹਿਰ ਖਾਧੀ, ਕਿਸੇ ਨੇ ਫਾਹਾ ਲਿਆ, ਕਿਸੇ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ। ਕਿਸਾਨਾਂ ਦੇ ਵਿੱਚ ਪਹੁੰਚ ਕੇ ਹਵਾਈ ਫਾਇਰ ਕਰਨਾ ਤੇ ਆਸਾਨੀ ਨਾਲ ਫਰਾਰ ਹੋ ਜਾਣਾ, ਇਹ ਯਕੀਨੀ ਤੌਰ ਦੇ ਉੱਤੇ ਪੁਲਿਸ ਦੀ ਕਾਰਵਾਈ ਦੇ ਉੱਤੇ ਸਵਾਲ ਖੜੇ ਕਰਨ ਵਾਲੀ ਗੱਲ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਿਹੜੇ 4 ਜਾਣੇ ਆਏ ਆ ਗੱਡੀ ਦੇ ਵਿੱਚ ਸਵਾਰ ਹੋ ਕੇ, ਪਹਿਲਾਂ ਉਹਨਾਂ ਨੇ TDI ਮਾਲ ਦੇ ਕੋਲੇ ਜਿਹੜਾ ਲੰਗਰ ਬਣਿਆ ਹੋਇਆ, ਲੰਗਰ ਹਾਲ ਬਣਾਇਆ ਹੋਇਆ, ਜਾਂ ਕਹਿ ਦਈਏ ਲੰਗਰ ਦੇ ਲਈ ਜਿਹੜਾ ਟੈਂਟ ਲਾਇਆ ਹੋਇਆ, ਉਸ ਥਾਂ ਦੇ ਉੱਤੇ ਪ੍ਰਸ਼ਾਦਾ ਛਕਿਆ। ਉਸ ਤੋਂ ਬਾਅਦ ਕਹਿੰਦੇ ਜੀ ਸਾਨੂੰ ਠੰਡਾ ਪਾਣੀ ਚਾਹੀਦਾ। ਕਿਸਾਨਾਂ ਨੇ ਇਹ ਗੱਲ ਕਹੀ, ਸੇਵਾਦਾਰਾਂ ਨੇ ਇਹ ਗੱਲ ਕਹੀ ਜੀ ਕਿ ਠੰਡਾ ਪਾਣੀ ਇੱਥੇ ਹੈ ਨਹੀਂਗਾ, ਉਹ ਵਾਟਰ ਕੂਲਰ ਹੈ,
ਜਿਵੇਂ ਬਾਕੀ ਸੰਗਤ ਪੀਂਦੀ ਆ ਤੁਸੀਂ ਵੀ ਉਹੀ ਪਾਣੀ ਪੀ ਲਓ, ਨਾ ਸਾਡੇ ਕੋਲੇ ਫਰਿੱਜ ਆ, ਨਾ ਸਾਡੇ ਕੋਲੇ ਬਰਫ਼ ਦੇ ਡਲੇ ਆ, ਇਸ ਕਰਕੇ ਠੰਡਾ ਪਾਣੀ ਜਿਹੋ ਜਿਹਾ ਤੁਸੀਂ ਭਾਲਦੇ ਆ ਉਹੋ ਜਿਹਾ ਤਾਂ ਭਾਈ ਬਿਲਕੁਲ ਹੈ ਨਹੀਂ। ਇਸ ਗੱਲ ਦੇ ਉੱਤੇ ਉਹਨਾਂ ਨੇ ਮਾੜਾ ਚੰਗਾ ਬੋਲਣਾ ਸ਼ੁਰੂ ਕਰਤਾ, ਗਾਲ ਦੁੱਪੜ ਦੀ ਵਰਤੋਂ ਕੀਤੀ ਹੈ। ਹੁਣ ਇਸ ਗੱਲ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਆ ਵੀ ਜੇਕਰ ਕਿਸਾਨ ਵੀ ਉਹਨਾਂ ਨੂੰ ਮਾੜਾ ਚੰਗਾ ਕਹਿੰਦੇ, ਜੇਕਰ ਉੱਥੇ ਹੱਥੋਂ ਪਾਈ ਹੋ ਜਾਂਦੇ, ਗੋਦੀ ਮੀਡੀਆ ਨੇ ਘੁਰਨਿਆਂ ਦੇ ਵਿੱਚੋਂ ਨਿਕਲ ਕੇ ਬਾਹਰ ਆ ਜਾਣਾ ਸੀ ਕਿ ਦੇਖੋ ਜੀ ਇਹ ਕਿਸਾਨ तो ऐसे करते हैं, यहाँ तो किसान भिड़ पे, यहाँ तो किसानों ने गुंडागर्दी कर दी, ये किसान तो लोगों को मारते हैं पीटते हैं। पर हुण बिल्कुल नहीं गल कीती। वो बंदे उत्थों चले गए कार दे उत्ते ते फिर कुछ घंटिਆਂ बाद दोबारा आउंदे ते आके गोलियां चलाउंदे आ। जे किसे एक दे भी गोली वज जांदी ਤਾਂ ਇਹ ਸੋਚ ਕੇ ਦੇਖੋ ਜੀ ਕਿ ਦੋਸ਼ ਕਿਹਦੇ ਉੱਤੇ ਆਉਣਾ ਸੀਗਾ। ਇਹ ਸੋਚ ਕੇ ਦੇਖੋ ਵੀ ਮਾਹੌਲ ਕਿਹੋ ਜਿਹਾ ਬਣ ਜਾਣਾ ਸੀ, ਕਿੰਨਾ ਤਣਾਅਪੂਰਨ ਬਣ ਸਕਦਾ ਸੀਗਾ। ਕਿਸੇ ਦੇ ਗੋਲੀ ਨਹੀਂ ਲੱਗੀ, ਕੋਈ ਜ਼ਖਮੀ ਨਹੀਂ ਹੋਇਆ, ਇਹ ਇੱਕ ਚੰਗੀ ਤਸੱਲੀ ਦੀ ਗੱਲ ਹੈ। ਪਰ ਜਿਹੜੇ ਗੁੰਡੇ ਬਦਮਾਸ਼ ਆ ਉਹ ਤਾਂ ਇੰਨੇ ਵੱਡੇ ਇਕੱਠਾਂ ਦੇ ਵਿੱਚ ਵੀ ਨਹੀਂ ਘਬਰਾਉਂਦੇ, ਉਹਨਾਂ ਨੂੰ ਕੋਈ ਫਿਕਰ ਨਹੀਂ, ਪਤਾ ਨਹੀਂ ਉਹਨਾਂ ਨੂੰ ਕਿਹੜੇ ਲੋਕਾਂ ਦਾ ਥਾਪੜਾ। ਸੋ ਸਰਕਾਰ ਨੂੰ ਵੀ ਤੇ ਪੁਲਿਸ ਨੂੰ ਵੀ ਇਹ ਚਾਹੀਦਾ ਕਿ ਇਹੋ ਜਿਹੇ ਬਦਮਾਸ਼ਾਂ ਦੀ ਪੈੜ ਦੱਬ ਕੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ, ਤਾਂ ਜੋ ਇਹ ਭੂਸਰੇ ਹੋਏ ਲੋਕ ਆ ਜਿਹੜੇ ਉਹ ਕਿਤੇ ਵੀ ਦੁਬਾਰਾ ਜਾ ਕੇ ਇਹੋ ਜਿਹੀ ਇਲਤ ਨਾ ਕਰਨ। ਉਸ ਤੋਂ ਅਗਲੀ ਗੱਲ ਇਹ ਆ ਵੀ ਸੰਯੁਕਤ ਕਿਸਾਨ ਮੋਰਚੇ ਨੇ ਇਹ ਗੱਲ ਆਖੀ ਹੈ ਵੀ ਪਹਿਲਾਂ ਆਪਾਂ ਹਰਿਆਣੇ ਦੀ ਸਰਕਾਰ ਡੇਗਣ ਦਾ ਕੰਮ ਕਰਨਾ। ਹਰਿਆਣੇ ਦੀਆਂ ਜਿਹੜੀਆਂ ਖਾਪ ਪੰਚਾਇਤਾਂ ਨੇ ਜਾਂ ਜਿਹੜੇ ਉੱਥੋਂ ਦੇ ਕਿਸਾਨ ਆਗੂ ਨੇ, ਉਹਨਾਂ ਨੇ ਆਪੋ ਆਪਣੇ ਹਲਕੇ ਦੇ ਵਿਧਾਇਕਾਂ ਨੂੰ ਮਿਲ ਕੇ ਉਹਨਾਂ ਦੇ ਉੱਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ, ਖਾਸ ਕਰਕੇ ਜਨ ਨਾਇਕ ਜਨਤਾ ਪਾਰਟੀ ਦੇ ਵਿਧਾਇਕਾਂ ਦੇ ਉੱਤੇ, ਕਿਉਂਕਿ ਉਹਨਾਂ ਦੇ 10 ਸੀਟਾਂ ਦੇ ਕਰਕੇ ਹੀ ਹਰਿਆਣੇ ਵਿੱਚ ਖੱਟੜ ਸਰਕਾਰ ਖੜੀ ਹੈ। ਤੇ ਇਸ ਗੱਲ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਖੱਟੜ ਸਰਕਾਰ ਨੂੰ ਡੇਗਿਆ ਜਾਵੇ, ਤੇ ਖੱਟੜ ਸਰਕਾਰ ਡੇਗਣ ਦੇ ਲਈ ਹਰਿਆਣੇ ਦੇ ਕਿਸਾਨਾਂ ਦੀ ਹੀ ਜ਼ਿੰਮੇਵਾਰੀ ਲਾਈ ਗਈ ਹੈ। ਆਉਂਦੇ ਸਮੇਂ ਦੇ ਵਿੱਚ ਕੀ ਨਤੀਜਾ ਆਊਗਾ ਕੁਝ ਕਹਿ ਨਹੀਂ ਸਕਦੇ, ਪਰ ਦੁੱਖ ਬਹੁਤ ਹੁੰਦਾ ਕਈ ਗੱਲਾਂ ਦੇ ਉੱਤੇ, ਕਿਉਂਕਿ ਟਿੱਕਰੀ ਬਾਰਡਰ ਦੇ ਉੱਤੇ ਹਰਿਆਣੇ ਦੇ ਇੱਕ ਕਿਸਾਨ ਨੇ ਖੁਦਕੁਸ਼ੀ ਨੋਟ ਛੱਡਿਆ। ਉਹਨੇ ਖੁਦਕੁਸ਼ੀ ਕੀਤੀ ਆ ਫਾਹਾ ਲੈ ਕੇ। ਉਹਦੇ ਵਿੱਚ ਲਿਖਿਆ ਕਿ ਸ਼ਹੀਦ ਭਗਤ ਸਿੰਘ ਨੇ ਦੇਸ਼ ਖਾਤਰ ਜਾਨ ਦਿੱਤੀ, ਮੈਂ ਆਪਣੀ ਜਾਨ ਕਿਸਾਨਾਂ ਖਾਤਰ ਦੇਣ ਲੱਗਾ। ਇਸ ਵਕਤ ਕੇਂਦਰ ਦੀ ਸਰਕਾਰ ਦੇ ਕੰਨ ਦੇ ਉੱਤੇ ਜੂੰ ਨਹੀਂ ਸਰਕਦੀ, ਇਸ ਕਰਕੇ ਮੇਰੀ ਲਾਸ਼ ਨੂੰ ਇੱਥੇ ਹੀ ਰੱਖਿਓ, ਕਿਤੇ ਨਾ ਲੈ ਕੇ ਜਾਇਓ ਜਿੰਨੀ ਦੇਰ ਤੱਕ ਤਿੰਨੇ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਤੇ MSP ਦੀ ਗਰੰਟੀ ਨਹੀਂ ਮਿਲਦੀ। ਸੋ ਇਸ ਵਕਤ ਲਗਾਤਾਰ ਖੁਦਕੁਸ਼ੀਆਂ ਕੀਤੀਆਂ ਜਾ ਰਹੀਆਂ। ਮੈਂ ਇਹਨਾਂ ਖੁਦਕੁਸ਼ੀਆਂ ਦੇ ਹੱਕ ਦੇ ਵਿੱਚ ਨਹੀਂ, ਕਿਉਂਕਿ ਜਿਉਂਦੇ ਰਹਾਂਗੇ ਤਾਂ ਲੜਾਂਗੇ ਤਾਂ ਜਿੱਤਾਂਗੇ। ਇਸ ਫਾਰਮੂਲੇ ਤੇ ਚੱਲਣਾ ਚਾਹੀਦਾ। ਸਰਕਾਰ ਨੂੰ ਕੀ ਫਰਕ ਪੈਂਦਾ, ਇੱਕ ਜਣਾ ਮਰ ਜੇ 50 ਜਣੇ ਮਰ ਜਾਣ। ਹੁਣ ਤੱਕ ਕਿੰਨੇ ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ, ਕਿੰਨੇ ਕਿਸਾਨ ਮੌਤ ਦੀ ਬੁੱਕਲ ਦੇ ਵਿੱਚ ਵੱਖ-ਵੱਖ ਬਾਰਡਰਾਂ ਤੇ ਗਏ ਆ। ਇਸ ਕਰਕੇ ਜ਼ਿੰਦਗੀ ਜ਼ਿੰਦਾਬਾਦ ਵੀ ਕਹਿਣੀ ਚਾਹੀਦੀ ਹੈ ਤੇ ਸਰਕਾਰ ਨੂੰ ਆਪਣਾ ਫੈਸਲਾ ਬਦਲਣ ਵਾਸਤੇ ਮਜਬੂਰ ਕੀਤਾ ਜਾਵੇ। ਇਹਦੇ ਲਈ ਵੱਡੇ ਤੇ ਵਧੀਆ, ਚੰਗੇ, ਅਸਰਦਾਰ ਤੇ ਸ਼ਾਂਤਮਈ ਪ੍ਰੋਗਰਾਮ ਹੋਰ ਵੀ ਉਲੀਕਣ ਦੀ ਜ਼ਰੂਰਤ ਹੈ। ਪੱਛਮੀ ਬੰਗਾਲ ਦੇ ਵਿੱਚ ਸਿਰ ਧੜ ਦੀ ਬਾਜ਼ੀ ਲੱਗੀ ਹੋਈ ਆ, ਪਰ ਜਿਸ ਤਰੀਕੇ ਦੇ ਨਾਲ ਮਿਥੁਨ ਚੱਕਰਵਰਤੀ ਨੇ ਪਲਟੀ ਮਾਰੀ ਹੈ ਉਹਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਆ। ਪੱਛਮੀ ਬੰਗਾਲ ਦੇ ਵੱਖ-ਵੱਖ ਨੇਤਾ ਨੇ ਜਿਹੜੇ ਤ੍ਰਿਣਮੂਲ ਕਾਂਗਰਸ ਦੇ, ਉਹਨਾਂ ਨੇ ਕਿਹਾ ਕਿ ਈਡੀ ਤੋਂ ਯਾਨੀ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਤੋਂ ਡਰਦਿਆਂ ਮਿਥੁਨ ਚੱਕਰਵਰਤੀ ਭਾਜਪਾ 'ਚ ਸ਼ਾਮਲ ਹੋਏ ਆ। ਮਿਥੁਨ ਚੱਕਰਵਰਤੀ ਨੇ ਵੀ ਪੈਂਦੀ ਸੱਟੇ ਅਵਲੀਆਂ ਗੱਲਾਂ ਕਹੀਆਂ। ਉਹ ਕਹਿੰਦੇ ਜੀ ਮੈਂ ਕੋਈ ਸਧਾਰਨ ਸੱਪ ਨਹੀਂ ਹਾਂ, ਮੈਂ ਕੋਬਰਾ ਹਾਂ, मैं कोबरा हूँ, किसी को भी डस लेता हूँ, सब लोगों को मैं डस लूँगा। ਅਸੀਂ ਸਾਰੇ ਲੋਕਾਂ ਨੂੰ ਥਾਪੜਾ ਦੇਣਾ, ਅਸੀਂ ਸਾਰੇ ਲੋਕਾਂ ਦਾ ਪਿਆਰ ਹਾਸਲ ਕਰਨਾ, ਅਸੀਂ ਸਾਰੇ ਲੋਕਾਂ ਦੀਆਂ ਉਮੀਦਾਂ ਦੇ ਉੱਤੇ ਖਰੇ ਉਤਰਨਾ। ਇਹ ਨਹੀਂ ਗੱਲ ਕਹੀ ਮੈਂ ਡਸ ਲੂੰਗਾ, ਮਤਲਬ ਇਹ ਆ ਵੀ ਮੈਂ ਪੈਂਦੀ ਸੱਟੇ ਸਭ ਨੂੰ ਚੱਕ ਦੂੰਗਾ, ਮੈਂ ਸਾਰੇ ਮਾਰ ਦੂੰਗਾ। ਇਹ ਡਾਇਲੋਗ ਆ ਜਿਹੜੇ ਉਹ ਫਿਲਮਾਂ 'ਚ ਚੰਗੇ ਲੱਗਦੇ ਆ, ਤੇ ਫਿਲਮਾਂ ਵਿਚਲੇ ਡਾਇਲੋਗ ਸੁਣ ਕੇ ਲੋਕ ਵੋਟਾਂ ਵੀ ਪਾ ਦਿੰਦੇ ਹੁੰਦੇ। ਲੋਕ ਇੰਨੇ ਕਿ ਸਿਆਣੇ ਹੁੰਦੇ ਆ। ਗੁਰਦਾਸਪੁਰ ਦੇ ਵਿੱਚ ਵੀ 2.5 ਕਿਲੋ ਹੱਥ ਦੇਖ ਕੇ ਪਾਈਆਂ ਸੀ। ਇੱਧਰ ਹੁਣ ਡਿਸਕੋ ਡਾਂਸ ਫਿਲਮ ਦੇ ਡਾਇਲੋਗ ਸੁਣ ਕੇ ਸ਼ਾਇਦ ਮਿਥੁਨ ਚੱਕਰਵਰਤੀ ਦਾ ਵੀ ਕੋਈ ਨਾ ਕੋਈ ਪਾਰ ਉਤਾਰਾ ਕਰ ਦੇਣ ਲੋਕ, ਪਰ ਕੁਝ ਕਹਿ ਨਹੀਂ ਸਕਦੇ। ਪਰ ਪੱਛਮੀ ਬੰਗਾਲ ਦੇ ਵਿੱਚ ਤ੍ਰਿਣਮੂਲ ਕਾਂਗਰਸ ਦੇ ਆਗੂਆਂ ਨੇ ਗੱਲ ਕਹੀ ਹੈ ਕਿ ਪਹਿਲਾਂ ਇਹ ਜਨਾਬ ਆ ਜਿਹੜੇ ਨਕਸਲੀ ਹੁੰਦੇ ਸੀ, ਫਿਰ ਇਹ ਕਾਮਰੇਡਾਂ 'ਚ ਆ ਗਏ, ਫਿਰ ਇਹ ਤ੍ਰਿਣਮੂਲ ਕਾਂਗਰਸ 'ਚ ਆ ਗਏ, ਹੁਣ ਇਹ ਭਾਜਪਾ 'ਚ ਚਲੇ ਗਏ ਆ। ਇਹ ਤਾਂ ਜੀ ਦਲ ਬਦਲੂ ਆ, ਇਹ ਤਾਂ ਫਸਲੀ ਵਟੇਰੇ ਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਬਾਅਦ ਵਿੱਚ ਕਰਾਂਗੇ ਟਿੱਪਣੀ। ਪੱਛਮੀ ਬੰਗਾਲ ਦੇ ਵਿੱਚ ਜਿਉਂ-ਜਿਉਂ ਚੋਣਾਂ ਸਿਰ ਦੇ ਉੱਤੇ ਆ ਰਹੀਆਂ ਨੇ, ਤਿਉਂ-ਤਿਉਂ ਇੱਕ ਦੂਜੇ ਦੇ ਉੱਤੇ ਤਿੱਖੇ ਸ਼ਬਦ ਹਮਲੇ ਹੋ ਰਹੇ ਨੇ। ਭਾਜਪਾ ਦੀ ਰੈਲੀ ਦੇ ਵਿੱਚ ਮਿਥੁਨ ਚੱਕਰਵਰਤੀ ਸ਼ਾਮਲ ਹੋਏ ਤੇ ਉਹਨਾਂ ਨੇ ਪਾਰਟੀ ਨੂੰ ਜੁਆਇਨ ਕੀਤਾ। ਇਸ ਗੱਲ ਦੇ ਉੱਤੇ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਨੇ ਮਿਥੁਨ ਚੱਕਰਵਰਤੀ ਨੂੰ ਨਕਸਲੀ ਕਿਹਾ ਤੇ ਇਹ ਵੀ ਗੱਲ ਕਹੀ ਹੈ ਕਿ ਮਿਥੁਨ ਨੇ ਈਡੀ ਦੇ ਡਰ ਕਰਕੇ ਭਾਜਪਾ ਦਾ ਪੱਲਾ ਫੜਿਆ। ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਆਗੂ ਸੌਗਤ ਰਾਜ ਨੇ ਕਿਹਾ ਮਿਥੁਨ ਚੱਕਰਵਰਤੀ ਦਾ ਆਮ ਲੋਕਾਂ 'ਚ ਕੋਈ ਆਧਾਰ ਨਹੀਂ। ਪਹਿਲਾਂ ਉਹ ਨਕਸਲੀ ਸਨ, ਫਿਰ CPM ਦੇ ਵਿੱਚ ਸ਼ਾਮਲ ਹੋਏ, ਫਿਰ ਤ੍ਰਿਣਮੂਲ ਕਾਂਗਰਸ 'ਚ ਗਏ, ਰਾਜ ਸਭਾ ਦੇ ਮੈਂਬਰ ਬਣੇ। ਭਾਜਪਾ ਨੇ ਈਡੀ ਦਾ ਡਰ ਦਿਖਾਇਆ ਤਾਂ ਰਾਜ ਸਭਾ ਛੱਡ ਦਿੱਤੀ ਤੇ ਭਾਜਪਾ 'ਚ ਸ਼ਾਮਲ ਹੋ ਗਏ। ਉਹਨਾਂ ਦੀ ਆਪਣੀ ਕੋਈ ਵੀ ਭਰੋਸੇਯੋਗਤਾ ਨਹੀਂ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਇਹ ਕਹਿਣੀ ਬਣਦੀ ਹੈ ਕਿ ਸਾਡੇ ਭਾਰਤ ਦੇ ਲੋਕਾਂ ਦਾ ਕਿਸੇ ਵੀ ਫਿਲਮੀ ਹਸਤੀ ਤੋਂ ਪ੍ਰਭਾਵਿਤ ਹੋ ਜਾਣਾ ਤੇ ਪ੍ਰਭਾਵਿਤ ਹੋ ਕੇ ਵੋਟਾਂ ਪਾ ਦੇਣਾ ਇਹ ਕੋਈ ਨਵੀਂ ਗੱਲ ਨਹੀਂ ਆ। ਬਹੁਤ ਸਾਰੇ ਇਹੋ ਜਿਹੇ ਚਿਹਰੇ ਹੁਣ ਤੱਕ ਵੱਖ-ਵੱਖ ਥਾਵਾਂ ਤੋਂ ਜਿੱਤੇ ਆ ਜਿਨ੍ਹਾਂ ਨੇ ਕਦੇ ਦੁੱਕੀ ਦਾ ਕੰਮ ਨਹੀਂ ਕੀਤਾ, ਪਰ ਲੋਕ ਡਾਇਲੋਗ ਸੁਣਨ ਦੇ ਚੱਕਰ 'ਚ ਹੀ ਵੋਟਾਂ ਪਾ ਦਿੰਦੇ ਆ।
ਲੋਕ ਗਾਣਾ ਸੁਣਨ ਦੇ ਚੱਕਰ 'ਚ ਹੀ ਵੋਟਾਂ ਪਾ ਦਿੰਦੇ ਆ, ਲੋਕ ਸਕਿੱਟਾਂ ਸੁਣਨ ਦੇ ਚੱਕਰ 'ਚ ਜਿਹੜਾ ਉਹ ਪਾ ਦਿੰਦੇ ਵੋਟਾਂ, ਪਰ ਬਾਅਦ ਦੇ ਵਿੱਚ ਪਛਤਾਉਂਦੇ ਆ। ਜਿਵੇਂ ਕਿ ਆਪਾਂ ਹੁਣ ਤੱਕ ਕਈ ਵਾਰ ਖਬਰਾਂ ਸਾਂਝੀਆਂ ਕੀਤੀਆਂ ਹੀ ਆ ਵੀ ਗੁਰਦਾਸਪੁਰ ਦੇ ਲੋਕ ਹੁਣ ਸਿਰਫ ਸੈਲਫੀ ਦੇਖ ਸਕਦੇ ਆ ਕਿ ਆਹ ਦੇਖੋ ਜੀ ਅਸੀਂ 2.5 ਕਿਲੋ ਦੇ ਹੱਥ ਦੇ ਨਾਲ ਸੈਲਫੀ ਖਿਚਵਾਈ ਸੀ, ਆਹ ਦੇਖੋ ਜੀ ਨਲਕਾ ਪੱਟਣ ਵਾਲੇ ਸੱਜਣ ਦੇ ਨਾਲ ਅਸੀਂ ਬਿਲਕੁਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਸੀ, ਪਰ ਬਾਅਦ ਦੇ ਵਿੱਚ ਉਹ ਦਿਸੇ ਨਹੀਂ। ਹੁਣ ਮਿਥੁਨ ਚੱਕਰਵਰਤੀ ਦਾ ਕਿੰਨਾ ਕੁ ਪਾਰ ਉਤਾਰਾ ਹੋਊਗਾ ਤ੍ਰਿਣਮੂਲ ਕਾਂਗਰਸ ਦੇ ਨਾਲ ਜਦੋਂ ਮੁਕਾਬਲਾ ਹੋਣਾ ਮੁੱਖ ਤੌਰ ਦੇ ਉੱਤੇ, ਤਾਂ ਵਕਤ ਦੱਸੂਗਾ ਇਹ ਸਾਰਾ ਕੁਝ। ਪਰ ਮਿਥੁਨ ਚੱਕਰਵਰਤੀ ਨੇ ਕਿਹਾ ਜੀ ਕਿ ਮੈਂ ਤੋਂ ਆ ਗਿਆ, ਮੈਂ ਤੋਂ ਛਾ ਗਿਆ, ਮੈਂ ਤੋਂ ਕੋਬਰਾ ਹੂੰ, ਡਸ ਜਾਊਂਗਾ, ਐਸੇ ਕਰੂੰਗਾ ਵੈਸੇ ਕਰੂੰਗਾ। ਸੋ ਉੱਥੇ ਸਿਰ ਧੜ ਦੀ ਬਾਜ਼ੀ ਲੱਗੀ ਹੋਈ ਹੈ। ਇਹ ਵੀ ਸੰਭਵ ਹੈ ਕਿ ਮਿਥੁਨ ਚੱਕਰਵਰਤੀ ਹੀ ਪੱਛਮੀ ਬੰਗਾਲ ਦੇ ਵਿੱਚ ਭਾਜਪਾ ਦਾ ਮੁੱਖ ਮੰਤਰੀ ਦਾ ਚਿਹਰਾ ਹੋਵੇ। ਵੈਸੇ ਉਹਦਾ ਹੈਰਾਨੀ ਵਾਲੀ ਗੱਲ ਇਹ ਹੈ, ਜਵਾਨੀ ਦੇ ਵਿੱਚ ਤਾਂ ਸਮਾਜ ਸੇਵਾ ਦਾ ਕੰਮ ਭਾਵੇਂ ਨਾ ਕੀਤਾ ਹੋਵੇ, ਪਰ ਮਿਥੁਨ ਚੱਕਰਵਰਤੀ ਹੋਰੀ ਇਹ ਗੱਲ ਕਹਿੰਦੇ ਵੀ 17 ਤੋਂ ਉੱਤੇ ਹੋ ਕੇ ਅਸੀਂ ਸਮਾਜ ਸੇਵਾ ਜ਼ਰੂਰ ਕਰਨੀ ਆ। ਤੇ ਇਹ ਵੀ ਕਮਾਲ ਦੀ ਗੱਲ ਇਹ ਆ ਬਈ ਜਦੋਂ ਰਾਜ ਸਭਾ ਦੇ ਮੈਂਬਰ ਸੀ ਉਦੋਂ ਨਹੀਂ ਸੇਵਾ ਹੋਈ, ਜਦੋਂ ਉਹ CPM ਦੇ ਵਿੱਚ ਸੀ ਉਦੋਂ ਵੀ ਨਹੀਂ ਹੋਈ, ਜਦੋਂ ਕਹਿੰਦੇ ਵੀ ਨਕਸਲੀ ਸੀ ਉਦੋਂ ਵੀ ਨਹੀਂ ਹੋਈ, ਪਰ ਹੁਣ ਸੇਵਾ ਹੋ ਜਾਣੀ ਉਹਨਾਂ ਤੋਂ। ਵੇਖੋ ਕਿਹੋ ਜੀ ਸੇਵਾ ਕਰਦੇ ਆ, ਲੋਕਾਂ ਦੀਆਂ ਨਜ਼ਰਾਂ ਟਿਕੀਆਂ ਰਹਿਣਗੀਆਂ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।